ਜਿਹੜੇ ਭਾਈ ਰੈਂਟ ਤੇ ਰਹਿ ਰਹੇ ਆ ਉਹਨਾਂ ਦਾ ਕੀ ਹਾਲ ਆ। ਜਿਹੜੇ ਭਾਈ ਸਬਸਿਡੀ ਲੈਣਾ ਚਾਹੁੰਦੇ ਉਹ ਲਾਜ਼ਮੀ ਆ ਵੀਡੀਓ ਲਾਜ਼ਮੀ ਵੇਖ ਲੈਣਾ। ਆਪਣੇ ਆਈਡੀ ਕਾਰਡ ਤੇ 1 ਮੀਟਰ ਆ ਜਾਂ 3 ਮੀਟਰ ਆ ਜਾਂ 2 ਮੀਟਰ ਆ। ਅੱਛਾ ਜੀ, ਕਾਫੀ ਭਾਈ ਕਹਿ ਰਹੇ ਸੀ QR ਕੋਡ ਸਕੈਨ ਕਰਦੇ ਆ ਤੇ ਸਾਡਾ ਸਕੈਨ ਨਹੀਂ ਹੋ ਰਿਹਾ, ਸਾਡਾ ਵੈਬਸਾਈਟ ਦਾ ਮਸਲਾ ਆ ਰਿਹਾ, ਵੈਬਸਾਈਟ ਓਪਨ ਨਹੀਂ ਹੋ ਰਹੀ। ਕਈ ਬੰਦੇ ਕੁਐਸਚਨ ਕਰ ਰਹੇ ਸੀ ਕਿ ਭਾਈ ਜਾਨ ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ, ਅਸੀਂ ਕੀ ਕਰੀਏ। ਕਈ ਬੰਦੇ ਕਮੈਂਟ ਕਰ ਰਹੇ ਸੀਗੇ, WhatsApp ਤੇ ਮੈਸੇਜ ਕਰ ਰਹੇ ਸੀ ਮੈਂ ਕਿ ਤੁਸੀਂ ਇਹਦੇ ਵਿੱਚ ਵੇਖੋ ਕਿ ਮੈਨੂੰ ਭਾਈਆਂ ਕਈਆਂ ਭਾਈਆਂ ਨੇ ਇਹ ਗੱਲ ਪੁੱਛੀ ਕਿ ਭਾਈ ਸਾਡਾ ਮੀਟਰ ਜਿਹੜਾ ਸਾਡੇ ਵਾਲਦ ਦੇ ਨਾਮ ਤੇ ਆ, ਉਹਨਾਂ ਦੇ ਆਈਡੀ ਕਾਰਡ ਤੇ ਆ ਤੇ ਨੰਬਰ ਕੋਈ ਹੋਰ ਲੱਗਾ ਆ, ਉਹਨਾਂ ਦਾ ਕੀ ਹਾਲ ਆ। ਜਿਹੜੇ ਭਾਈ ਰੈਂਟ ਤੇ ਰਹਿ ਰਹੇ ਆ ਉਹਨਾਂ ਦਾ ਕੀ ਹਾਲ ਆ। ਤੇ ਜਿਹੜੇ ਭਾਈ ਸਬਸਿਡੀ ਲੈਣਾ ਚਾਹੁੰਦੇ ਉਹ ਲਾਜ਼ਮੀ ਇਹ ਵੀਡੀਓ ਲਾਜ਼ਮੀ ਦੇਖ ਲੈਣਾ। QR ਕੋਡ ਸਕੈਨ ਕਿਉਂ ਨਹੀਂ ਹੋ ਰਿਹਾ। ਮੈਂ ਹੁਣ ਵਾਪਡਾ ਦੇ ਦਫ਼ਤਰੋਂ ਹੋ ਗਿਆ, ਵਾਪਡਾ ਦੇ ਦਫ਼ਤਰ ਮੈਂ ਸਾਰੀਆਂ ਗੱਲਾਂ ਬਾਤਾਂ ਪੁੱਛ ਕੇ ਆਇਆ, ਉਹਨਾਂ ਕੋਲੋਂ ਤਸਦੀਕ ਕਰਕੇ ਆਇਆ ਕਿ ਇਹ ਚੀਜ਼ ਵਾਕਈ ਸਬਸਿਡੀ ਲੱਭ ਰਹੀ ਆ। ਅਗਰ ਤੇ ਤੁਹਾਡੇ ਮੀਟਰ ਆਪਣੇ ਆਈਡੀ ਕਾਰਡ ਤੇ 1 ਮੀਟਰ ਆ ਜਾਂ 3 ਮੀਟਰ ਆ ਜਾਂ 2 ਮੀਟਰ ਆ ਇੱਕ ਆਈਡੀ ਕਾਰਡ ਤੇ, ਉਹ ਬੰਦਾ ਮੇਰੀ ਅਗਲੀ ਵੀਡੀਓ ਲਾਜ਼ਮੀ ਵੇਖ ਲੇ, ਉਸ ਤੋਂ ਪਹਿਲੇ ਆਪਣਾ QR ਕੋਡ ਸਕੈਨ ਨਾ ਕਰੇ। ਮੈਂ ਪੂਰੀ ਤਫਸੀਲ ਉਹਦੇ ਵਿੱਚ ਦੱਸਾਂਗਾ। ਹੁਣ ਕਾਫੀ ਭਾਈਆਂ ਦੇ ਕਮੈਂਟ ਸੀਗੇ, ਕੁਝ ਭਾਈ ਮੈਨੂੰ ਵੈਸੇ ਪੁੱਛ ਰਹੇ ਸੀਗੇ ਕਿ ਭਾਈ ਜਿਹੜੇ ਬੰਦੇ ਰੈਂਟ ਤੇ ਰਹਿ ਰਹੇ ਆ ਉਹਨਾਂ ਦਾ ਕੀ ਹਿਸਾਬ ਕਿਤਾਬ ਆ, ਉਹ ਕਿੱਦਾਂ ਸਬਸਿਡੀ ਲੈਣ। ਕਈ ਬੰਦੇ ਕਮੈਂਟ ਕਰ ਰਹੇ ਸੀ ਭਾਈ ਜਾਨ ਸਾਡਾ 200 ਤੋਂ ਥੱਲੇ ਆ, ਸਾਨੂੰ QR ਕੋਡ ਨਹੀਂ ਆਇਆ। ਜਿਨ੍ਹਾਂ ਦਾ QR ਕੋਡ ਨਹੀਂ ਆਇਆ ਉਹਨਾਂ ਦਾ ਵੀ ਜਵਾਬ ਮੈਂ ਤੁਹਾਨੂੰ ਦਿਆਂਗਾ। ਜਿਹੜੇ ਬੰਦੇ ਰੈਂਟ ਤੇ ਰਹਿ ਰਹੇ ਆ ਉਹਨਾਂ ਦਾ ਵੀ ਜਵਾਬ ਮੈਂ ਤੁਹਾਨੂੰ ਦਿੰਦਾ ਆ। ਜਿਹੜੇ ਬੰਦੇ ਕਹਿ ਰਹੇ ਆਈਡੀ ਕਾਰਡ ਭਾਈ ਜਾਨ ਸਾਡੇ ਅੱਬੂ ਦਾ ਸੀਗਾ, ਅੱਬੂ ਫੌਤ ਹੋ ਗਿਆ, ਅਸੀਂ ਕੀ ਕਰੀਏ। ਨੰਬਰ ਸਾਡਾ ਨਿਗਾ, ਨੰਬਰ ਕਿਸੇ ਹੋਰ ਦਾ ਲੱਗਾ ਮੀਟਰ ਦੇ ਉੱਤੇ। ਜਦੋਂ ਅਸੀਂ ਵੈਬਸਾਈਟ ਖੋਲਦੇ ਹਾਂ ਅੱਗੇ ਨੰਬਰ ਕੋਈ ਹੋਰ ਲੱਗਾ ਹੁੰਦਾ, ਉਹਦਾ ਕੀ ਹਾਲ ਆ। ਭਾਈ ਜਾਨ ਸਵੇਰੇ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਹੁਣ ਮੈਂ ਫੇਰ ਤੁਹਾਨੂੰ ਸਪੈਸ਼ਲ ਵੀਡੀਓ ਪਾ ਦਿੰਦਾ। ਕਾਫੀ ਭਾਈਆਂ ਦੇ ਕਮੈਂਟ ਸੀਗੇ, ਮੈਂ ਤੁਹਾਨੂੰ ਕਮੈਂਟ ਵੀ ਨਾਲ ਪੜ੍ਹ ਕੇ ਵਿਖਾ ਦੇਣਾ ਕਿਹੜੇ ਕਿਹੜੇ ਭਾਈ ਨੇ ਕਿਹੜਾ ਕਿਹੜਾ ਕਮੈਂਟ ਕੀਤਾ ਤੇ ਉਹਦਾ ਕੀ ਕੀ ਮੈਂ ਜਵਾਬ ਦੇ ਰਿਹਾ। ਤੁਸੀਂ ਲਾਜ਼ਮੀ ਵੀਡੀਓ ਸੁਣ ਲੈਣੀ ਆ। ਵੀਡੀਓ ਸੁਣ ਕੇ ਜਨਾਬ ਤੁਹਾਡੇ ਅੱਗੇ ਰਿਕਵੈਸਟ ਹੁੰਦੀ ਹੈ ਕਿ ਲਾਈਕ ਲਾਜ਼ਮੀ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਆਪਣੇ ਦੋਸਤਾਂ ਦੇ ਨਾਲ, ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋ ਸਕੇ। ਮੈਂ ਹੁਣ ਘਰ ਵਾਪਸ ਆਇਆ ਨਾ ਤੇ 2-3 ਬਿੱਲ ਮੇਰੇ ਘਰ ਪਿਆ ਸੀ, ਭਾਈ ਤੁਸੀਂ ਵੀਡੀਓ ਪਾਈ ਸੀ ਸਾਨੂੰ ਦੱਸੋ ਕਿੱਦਾਂ ਕਰਨਾ। ਦੇਖੋ ਨਾ ਵੀਡੀਓ ਦੇ ਵਿੱਚ ਮੈਂ ਸਾਰਾ ਸਮਝਾਇਆ, ਲੇਕਿਨ ਫਿਰ ਵੀ ਕੁਝ ਦੋਸਤ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਲੱਗਦੀ, ਜਿਨ੍ਹਾਂ ਨੂੰ ਮੋਬਾਈਲ ਚਲਾਉਣ ਦਾ ਐਡਾ ਨਹੀਂ ਪਤਾ। ਮੈਂ ਅੱਲਾ ਖੈਰ ਕਰੇ ਉਹਨਾਂ ਦਾ ਵੀ ਘਰ ਜਾ ਕੇ ਮੈਂ ਆਪਣੇ ਹੱਥੀਂ ਕਰਕੇ ਦਿਆਂਗਾ, ਹੋ ਸਕੇਗਾ। ਮੈਨੂੰ ਅੱਗੇ ਭਾਈ ਨੇ ਕਮੈਂਟ ਕੀਤਾ ਸੀ ਕਿ ਭਾਈ ਤੁਸੀਂ ਨਾ ਇੱਕ ਪ੍ਰੋਪਰ ਸਾਨੂੰ ਨਾ ਆਪਣੀ ਸਕਰੀਨ ਰਿਕਾਰਡਿੰਗ ਕਰਕੇ ਸਾਨੂੰ ਦੱਸੋ ਕਿਸ ਤਰੀਕੇ ਨਾਲ ਤੁਸੀਂ ਕਰਦੇ ਹੋ। ਮੈਂ ਕਿਹਾ ਚਲੋ ਮੈਂ ਉਹ ਵੀ ਬਣਾ ਦਾਂਗਾ, ਉਹ ਮੈਂ ਸ਼ਾਮ ਨੂੰ ਵੀਡੀਓ ਬਣਾਵਾਂਗਾ, ਨਾਲ ਮੈਂ ਸਕਰੀਨ ਰਿਕਾਰਡਿੰਗ ਕਰ ਲਾਂਗਾ ਕਿ ਕਿਸ ਤਰੀਕੇ ਨਾਲ ਮੈਂ ਉਹਨਾਂ ਦਾ ਵੈਰੀਫਾਈ ਕੀਤਾ, ਕਿਸ ਤਰੀਕੇ ਨਾਲ ਵੈਰੀਫਾਈਡ ਹੁੰਦਾ ਆ। ਠੀਕ ਆ, ਹੁਣ ਮੈਂ ਪੜ੍ਹ ਲੈਣਾ ਜਨਾਬ ਕਮੈਂਟ ਪਾ ਲੈਣਾ ਭਾਈ ਜਾਨ। ਸਭ ਤੋਂ ਪਹਿਲੇ ਇਹ ਦੇਖੋ, ਜੋ ਵੀ स्कैन कर रहा है उसका नेक्स्ट बिल विदाउट एनी सब्सिडी आएगा। ठीक है, हुकूमत ने न्यू पॉलिसी बनाई है कि 1-2 मीटर या इस हो सकते हैं यूनिट, ये मतलब इदा का कमेंट सीगा भाई। देखो जोड़ा स्कैन बंदा कर रहा ना, जिस बंदे के नाँ से मीटर आ, मेरे को हम 2 मीटर आ, मैं वीडियो के कहना 2 मीटर आ, एक मेरे नाँ से आ, एक मेरे भाईए के नाँ से आ। ठीक आ, उन्होंने नीचे जोड़े नंबर से ना, ਉਹ ਨੰਬਰ ਵਾਪਡਾ ਵਾਲੇ ਕੋਲ ਜਦੋਂ ਕੋਈ ਮੈਂ ਮੀਟਰ ਲਗਵਾਇਆ ਸੀ ਨਾ, ਉਹਦਾ ਜਿਹੜਾ ਸਭ ਤੋਂ ਪਹਿਲੇ ਸਵਾਲ ਦਾ ਜਵਾਬ ਹੈ ਕਿ ਭਾਈ ਜਾਨ ਸਾਡਾ ਨੰਬਰ ਨਹੀਂ ਉੱਥੇ ਹੈਗਾ, ਉਹਦਾ ਕੀ ਕਰੀਏ। ਭਾਈ ਜਾਨ ਉਹਦਾ ਸਭ ਤੋਂ ਸੌਖਾ ਤੇ ਸਸਤਾ ਹੱਲ ਇਹ ਆ, ਅਗਰ ਤੇ ਤੁਹਾਡਾ ਵੈਰੀਫਾਈਡ ਉੱਥੇ ਆਪਣਾ ਨੰਬਰ ਉੱਥੋਂ ਖਤਮ ਕਰਕੇ ਉੱਥੇ ਆਪਣਾ ਨੰਬਰ ਲਿਖੋ। ਅਗਰ ਉਹ ਵੈਰੀਫਾਈਡ ਹੋ ਜਾਂਦਾ ਤੇ ਠੀਕ ਆ, ਅਗਰ ਨਹੀਂ ਹੁੰਦਾ ਤੇ ਟੈਨਸ਼ਨ ਨਹੀਂ ਲੈਣੀ ਮੇਰਾ ਵੀਰ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਅਗਲੇ ਮਹੀਨੇ ਜਦੋਂ ਤੁਹਾਡੇ ਕੋਲ ਰੀਡਿੰਗ ਵਾਲਾ ਆਵੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਪਿੰਡ ਰੀਡਿੰਗ ਤੁਹਾਡੇ ਮੀਟਰ ਦੀ ਜਾਂ ਤੁਹਾਡੇ ਮਹੱਲੇ 'ਚ ਕਿਹੜੀ ਤਰੀਕ ਨੂੰ ਬੰਦਾ ਰੀਡਿੰਗ ਕਰਦਾ ਆ। ਉਸ ਤਰੀਕ ਨੂੰ ਤੁਹਾਨੂੰ ਛੁੱਟੀ ਵੀ ਕਰਨੀ ਪਵੇ ਜਾਂ ਕੋਈ ਘਰ 'ਚ ਐਸਾ ਮੈਂਬਰ ਹੈਗਾ ਜਿਹੜਾ ਵੇਖ ਸਕੇ, ਜਿਹੜਾ ਉਹਦੇ ਨਾਲ ਗੱਲ ਕਰ ਸਕੇ। ਤੁਸੀਂ ਕਰਨਾ ਕੀ ਆ, ਜਦੋਂ ਬੰਦਾ ਮੀਟਰ ਰੀਡਿੰਗ ਕਰਨ ਆਵੇ ਨਾ, ਅਗਰ ਤੁਹਾਡਾ ਨੰਬਰ ਉੱਥੇ ਵੈਰੀਫਾਈ ਨਹੀਂ ਹੋ ਰਿਹਾ, ਤੁਸੀਂ ਆਪਣਾ ਨੰਬਰ ਲਾਇਆ ਤੇ ਵੈਰੀਫਾਈ ਪਿਨ ਨਹੀਂ ਆਈ, ਤੁਹਾਡਾ ਵੈਰੀਫਾਈ ਨਹੀਂ ਹੋਇਆ, ਉਹ ਬੰਦੇ ਦੀ ਗੱਲ ਕਰ ਰਿਹਾ ਕਿ ਉਹ ਬੰਦੇ ਮੀਟਰ ਰੀਡਿੰਗ ਕਰਨ ਜਦੋਂ ਬੰਦਾ ਆਏਗਾ, ਮੈਂ ਵਾਪਡਾ ਵਾਲੇ ਕੋਲ ਪੁੱਛ ਕੇ ਆਇਆ ਕਿ ਭਾਈ ਜਾਨ ਇੱਦਾਂ ਕੀ ਹਿਸਾਬ ਕਿਤਾਬ ਆ। ਮੁੜ ਕੇ ਦਫ਼ਤਰਾਂ 'ਚ ਧੱਕੇ ਖਾਣੇ ਪੈਂਦੇ ਬੰਦਿਆਂ ਨੂੰ ਕਿ ਯਾਰ ਅਸੀਂ ਨੰਬਰ ਚੇਂਜ ਕਰਾਉਣਾ, ਇਹ ਉਹ ਸਾਡੇ ਮੀਟਰ ਦੇ ਨੰਬਰ ਕਿਸੇ ਹੋਰ ਦਾ ਲੱਗਾ ਹੁੰਦਾ। ਇੱਦਾਂ ਹੀ ਲੱਗ ਇੱਦਾਂ ਹੀ ਜਾਂਦੇ, ਮਤਲਬ ਕਿ ਕਿਸੇ ਨੂੰ ਬੰਦਾ ਪੈਸੇ ਦੇ ਕੇ ਵਾਪਡਾ ਨੂੰ ਲੈਂਡਮੈਨ ਨੂੰ ਕਹਿੰਦਾ ਯਾਰ ਤੇਰੀ ਮਿਹਰਬਾਨੀ ਸਾਡਾ ਡਿਮਾਂਡ ਨੋਟਿਸ ਕਢਾ ਦੇ, ਉਹ ਕਢਾਉਣ ਲੱਗਾ ਡਿਮਾਂਡ ਨੋਟਿਸ, ਬਾਈ ਟਾਈਮ ਆਪਣਾ ਨੰਬਰ ਲਿਖ ਦਿੰਦੇ ਉੱਥੇ ਜੋ ਫਿਲਿੰਗ ਕਰਦੇ ਨਾ ਮੀਟਰ ਦੀ, ਉਹਦੇ ਵਿੱਚ ਆਪਣਾ ਨੰਬਰ ਲਿਖਦੇ ਨੇ, ਡਿਮਾਂਡ ਨੋਟਿਸ ਕਢਾ ਕੇ ਤੁਹਾਨੂੰ ਦੇ ਦਿੰਦੇ, ਤੁਸੀਂ ਉਤਾਰ ਦਿੰਦੇ ਹੋ, ਮੀਟਰ ਤੁਹਾਡੇ ਜਾਂਦਾ ਲੱਗ, ਨੰਬਰ ਉਹੀ ਵਿੱਚ ਐਡ ਹੁੰਦਾ। ਉਹਨਾਂ ਬੰਦਿਆਂ ਵਾਸਤੇ ਵੀਡੀਓ ਕਿ ਜਿਨ੍ਹਾਂ ਦੇ ਨੰਬਰ ਕੋਈ ਹੋਰ ਆ ਤੇ ਉਹ ਬੰਦੇ ਆਪਣਾ ਨੰਬਰ ਚੇਂਜ ਕਰਾਉਣਾ ਚਾਹੁੰਦੇ। ਜਦੋਂ ਆਏਗਾ ਨਾ ਮੀਟਰ ਰੀਡਿੰਗ ਵਾਲਾ, ਤੁਹਾਡਾ ਕੰਮ ਆ ਉੱਥੇ ਮੌਜੂਦ ਹੋਣਾ, ਉਹਨੂੰ ਤੁਸੀਂ ਬਸ ਇੰਨੀ ਗੱਲ ਕਹਿਣੀ ਆ, ਭਾਈ ਜਾਨ ਇਹਦੇ ਵਿੱਚ ਮੇਰਾ ਮੋਬਾਈਲ ਨੰਬਰ ਨਿਗਾ,
ਮੇਰਾ ਤੁਸੀਂ ਮੋਬਾਈਲ ਨੰਬਰ ਵਿੱਚ ਆ ਜਿਹੜਾ ਮੇਰੇ ਕੋਲ ਫੜਿਆ ਇਹ ਤੁਸੀਂ ਐਡ ਕਰਨਾ ਆ। ਉਹ ਭਾਈ ਕੀ ਕਰੇਗਾ, ਉਹਦੇ ਵਿੱਚ ਆਪਸ਼ਨ ਹੁੰਦੇ, ਜਦੋਂ ਰੀਡਿੰਗ ਕਰ ਦੇਣਾ ਉਹਦੇ ਵਿੱਚ ਆਪਸ਼ਨ ਹੁੰਦਾ ਕਿਹੜਾ ਵਿੱਚ ਬਿਲਕੁਲ ਸਿੱਧੇ ਆਪਸ਼ਨ ਹੁੰਦੇ, ਉਹਨੇ ਸਿਰਫ ਤੁਹਾਡਾ ਉਹ ਨੰਬਰ ਕੱਟ ਕੇ ਤੁਹਾਡਾ ਨੰਬਰ ਉੱਥੇ ਲਿਖ ਦੇਣਾ। ਜਦੋਂ ਲਿਖ ਕੇ ਉਹਨੇ ਸੇਵ ਕਰ ਦੇਣਾ ਉਹ ਤੁਹਾਡਾ ਨੰਬਰ ਉੱਥੇ ਰਜਿਸਟਰਡ ਹੋ ਜਾਣਾ। ਠੀਕ ਆ, ਉਸ ਤੋਂ ਬਾਅਦ ਵਿੱਚ ਤੁਹਾਡਾ ਫਿਰ ਜਦੋਂ ਅਗਲਾ ਬਿੱਲ ਆਏਗਾ ਤੁਸੀਂ ਫਿਰ QR ਕੋਡ ਸਕੈਨ ਕਰ ਲਿਓ, ਤੁਹਾਡਾ ਫਿਰ ਈਜ਼ੀਲੀ ਹੋ ਜਾਏਗਾ। ਅਗਰ ਮੀਟਰ ਤੁਹਾਡੇ ਆਪਣੇ ID ਕਾਰਡ ਦੇ ਉੱਪਰ ਆ ਤੇ ਫਿਰ ਤੁਹਾਡਾ ਉਹ ਮੀਟਰ ਆਪਣਾ ਵੈਰੀਫਾਈਡ ਹੋ ਜਾਏਗਾ। ਦੂਜੇ ਨੰਬਰ ਤੇ ਭਾਈ ਕਾਫੀ ਕਹਿ ਰਹੇ ਸੀ ਕਿ ਭਾਈ ਜਾਨ ਜਿਹੜਾ ਬੰਦਾ ਰੈਂਟ ਤੇ ਰਹਿ ਰਿਹਾ ਉਹ ਕੀ ਕਰੇ। ਭਾਈ ਜਾਨ ਉਹਦੇ ਵਾਸਤੇ ਮਤਲਬ ਕੀ ਆ, ਮੈਂ ਬੰਦਾ ਮੇਰੇ ਕੋਲ ਮਕਾਨ ਆ ਨਾ, ਮੈਂ ਗਾਂ ਰੈਂਟ ਤੇ ਦਿੱਤਾ, ਮੈਂ ਮੀਟਰ ਲਵਾਇਆ, ਮੀਟਰ ਹੋ ਸਕਦਾ ਮੇਰੇ ਨਾਲ ਤੇ ਜਾਂ ਮੇਰੇ ਨਾਲ ਤੇ ਪ੍ਰਾਪਰਟੀ ਜ਼ਿਆਦਾ ਹੋਵੇ ਤੇ ਮੇਰੇ ਹੋਰ ਵੀ ਸੋਰਸ ਹੋਣ, ਕਿਉਂਕਿ ID ਕਾਰਡ ਵਿੱਚ ਲੱਗਾ ਹੁੰਦਾ, ਸਾਰਾ ਹਕੂਮਤ ਨੂੰ ਪਤਾ ਹੁੰਦਾ। ਅਗਰ ਤੇ ਉਹ ਵੈਰੀਫਾਈ ਕਰ ਦਿੰਦੇ ਆ ਤੁਹਾਡੇ ਮਾਲਕ, ਠੀਕ ਆ, ਅਗਰ ਉਹਨਾਂ ਦੇ ਨਾਂ ਤੇ 2-3 ਮੀਟਰ ਹੋਏ ਤੇ ਬਾਕੀ ਖਤਮ ਹੋ ਜਾਣੇ ਆ। ਤੇ ਜਨਾਬ ਤੁਸੀਂ ਚੁੱਪ ਕਰਕੇ ਕਰਨਾ ਕੀ ਆ, ਜਾਂ ਤੇ ਬਰਦਾਸ਼ਤ ਕਰ ਲਓ, ਸਿੱਧੀ ਗੱਲ ਆ। ਕਿਰਾਏ ਤੇ ਰਹਿਣਾ ਬਹੁਤ ਔਖਾ, ਅੱਲਾਹ ਪਾਕ ਸਭ ਨੂੰ ਆਪਣਾ ਘਰ ਤਾ ਫਰਮਾਏ। ਜਿਹੜੇ ਭਾਈ ਨੇ ਮੈਨੂੰ ਕਮੈਂਟ ਵੀ ਕੀਤਾ ਸੀ ਕਿ ਭਾਈ ਮੈਂ ਰੈਂਟ ਤੇ ਰਹਿ ਰਿਹਾ, ਅਸੀਂ ਵੀ ਰੈਂਟ ਤੇ ਰਹਿ ਰਹੇ ਹਾਂ, ਅਸੀਂ ਕੀ ਕਰੀਏ, ਅਸੀਂ ਕਿੱਦਾਂ ਸਬਸਿਡੀ ਲੈ ਸਕਦੇ ਹਾਂ। ਭਾਈ ਸਬਸਿਡੀ ਤੇ ਸਿਰਫ ਇੱਕੋ ਸੂਰਤ, ਤੁਹਾਡਾ ਆਪਣਾ ਮੀਟਰ ਹੋਵੇ, ਆਪਣੇ ID ਕਾਰਡ ਤੇ ਹੋਵੇ, 200 ਤੋਂ ਯੂਨਿਟ ਤੁਸੀਂ ਘੱਟ ਫੂਕਦੇ ਹੋਵੋ, ਫਿਰ ਜਾ ਕੇ ਤੁਹਾਨੂੰ ਸਬਸਿਡੀ ਮਿਲਦੀ ਆ, ਉਸ ਤੋਂ ਇਲਾਵਾ ਤੁਹਾਨੂੰ ਨਹੀਂ ਮਿਲਦੀ। ਅਗਰ ਤੇ ਤੁਹਾਡੇ ਜਿਹੜੇ ਮਾਲਕ ਮਕਾਨ ਆ ਉਹਨਾਂ ਦੇ ਮੀਟਰ ਜਿਹੜਾ ਨਾਂ ਆ ਉਹ ਕਿਸੇ ਐਸੇ ਬੰਦੇ ਦੇ ਨਾਂ ਜਿਹਦੇ ਨਾਂ ਤੇ ਪ੍ਰਾਪਰਟੀ ਨਹੀਂ ਹੈਗੀ, ਤੁਸੀਂ ਕੋਸ਼ਿਸ਼ ਕਰ ਲੈਣੀ ਆ। ਕੋਸ਼ਿਸ਼ ਕਰਨ ਦਾ ਮਤਲਬ ਆ ਕਿ ਆਪਣੇ ਜਿਹੜੇ ਮਾਲਕ ਮਕਾਨ ਉਹਨਾਂ ਕਹਿਣਾ ਭਾਈ ਜਦੋਂ ਤੁਸੀਂ ਵੈਬਸਾਈਟ ਖੋਲ੍ਹਣੀ ਉਹਦੇ ਨੰਬਰ ਆ ਜਾਣਾ, ਉਹ ਤੁਸੀਂ ਪੁੱਛਣਾ ਭਾਈ ਜਾਨ ਇਹ ਨੰਬਰ ਤੁਹਾਡੇ ਕੋਲ ਆਪਣੇ ਕੋਲ ਚੱਲਦਾ ਆ, ਨਹੀਂ ਚੱਲਦਾ ਦੱਸੋ। ਅਗਰ ਉਹ ਨਹੀਂ ਚੱਲਦਾ ਨੰਬਰ ਚੇਂਜ ਕਰਕੇ ਉੱਥੇ ਤੁਸੀਂ ਆਪਣਾ ਨੰਬਰ ਲਾ ਕੇ ਵੈਰੀਫਾਈ ਕਰ ਲਓ। ਮੈਨੂੰ ਉਮੀਦ ਆ 70 ਤੋਂ 80% ਉਮੀਦ ਆ, ਮੈਂ ਬਿਲਕੁਲ ਕਲੀਅਰ ਨਹੀਂ ਕਹਿੰਦਾ, ਹੋ ਸਕਦਾ ਬਾਈ ਟਾਈਮ ਬੰਦੇ ਦੇ ਵਿੱਚੋਂ ਮੂੰਹ ਦੇ ਵਿੱਚੋਂ ਗੱਲ ਐਸੀ ਨਿਕਲ ਜਾਂਦੀ ਕਿ ਬਾਅਦ ਝੂਠ ਹੋਵੇ, ਬਾਅਦ 'ਚ ਬੰਦੇ ਗਾਲਾਂ ਕੱਢਦੇ ਆ। ਸਿਰਫ ਤੁਸੀਂ ਤਜਰਬਾ ਕਰ ਸਕਦੇ ਆ। ਅਗਰ ਜਿਹੜਾ ਬੰਦਾ ਕਿਰਾਏ ਤੇ ਬੈਠਾ ਉਹ ਤਜਰਬਾ ਕਰ ਲਿਆ, ਉਸ QR ਕੋਡ ਸਕੈਨ ਕਰੇ, ID ਕਾਰਡ ਉੱਤੇ ਕੋਈ ਹੋਰ ਹੋਣਾ, ਨੰਬਰ ਕੋਈ ਹੋਰ ਹੋਣਾ, ਤੁਸੀਂ ਚੁੱਪ ਕਰਕੇ ਆਪਣਾ ਨੰਬਰ ਲਾ ਕੇ ਵੈਰੀਫਾਈ ਕਰ ਲੈਣਾ। ਅਗਰ ਤੇ ਵੈਰੀਫਾਈ ਜਾਵੇ ਹੋ ਤੇ ਵੈਲ ਐਂਡ ਗੁੱਡ, ਅਗਰ ਨਾ ਹੋਵੇ ਤੇ ਉਹ ਮਾਲਕ ਨੂੰ ਪੁੱਛਣਾ ਭਾਈ ਜਾਨ ਨੰਬਰ ਜਿਹੜਾ ਵਿੱਚ ਲੱਗਾ ਇੱਥੇ ਅਸੀਂ ਵੈਰੀਫਾਈ ਕਰਨਾ ਆ ਤੇ ਤੁਸੀਂ ਸਾਨੂੰ ਪਿਨ ਦੇ ਦਿਓ, ਅਸੀਂ ਉਹ ਪਿਨ ਲਾਉਣਾ, ਫਿਰ ਵੈਰੀਫਾਈ ਹੋ ਜਾਏਗਾ। ਅਗਰ ਉਹ ਵੈਰੀਫਾਈ ਹੋ ਜਾਏ ਤਾਂ ਠੀਕ ਆ, ਨਹੀਂ ਤੇ ਭਾਈ ਜਾਨ ਤੁਹਾਨੂੰ ਕਿਰਾਏ ਤੇ ਬੈਠੇ ਹੋ, ਤੁਹਾਨੂੰ ਤੇ ਅੱਗੇ ਬੜੀਆਂ ਮੁਸੀਬਤਾਂ ਹੋਣੀਆਂ ਤੇ ਇਹ ਵੀ ਮੁਸੀਬਤ ਤੁਹਾਡੇ ਪੱਲੇ ਪੇਟੇ ਪਈ ਰਹਿਣੀ ਆ। ਤੇ ਅੱਲਾਹ ਪਾਕ ਅਸੀਂ ਤੇ ਭਾਈ ਜਾਨ ਦੁਆ ਕਰਦੇ ਹਾਂ ਕਿ ਤੁਹਾਨੂੰ ਵੀ ਰੱਬ ਆਪਣਾ ਘਰ ਦੇਵੇ। ਮੈਂ ਕਿਰਾਏ ਤੇ ਰਿਹਾ, ਮੈਨੂੰ ਪਤਾ ਕਿਰਾਏ ਦੇ ਕੀ ਦੁੱਖ ਆ, ਮਹੀਨਾ ਲੰਘਦਾ ਨਹੀਂ, ਕਿਰਾਇਆ ਸਿਰ ਤੇ ਚੜਿਆ ਹੁੰਦਾ, ਕਿਰਾਇਆ ਲਾ ਕੇ ਤੇ ਬਿੱਲ ਆ ਜਾਂਦਾ, ਬਿੱਲ ਦਾ ਸਿਆਪਾ ਮੁਕਾਓ ਤੇ ਹੋਰ ਸਿਆਪੇ ਆ ਜਾਂਦੇ ਆ। ਇਹ ਜਿਹੜਾ ਕਿਰਾਏ ਵਾਲਾ ਬੰਦਾ ਨਾ, ਅੱਲਾਹ ਪਾਕ ਉਹਨਾਂ ਤੋਂ ਬਚਾਏ, ਅੱਲਾਹ ਪਾਕ ਸਭ ਨੂੰ ਆਪੋ ਆਪਣੇ ਘਰ ਤਾ ਫਰਮਾਏ। ਇੱਕ ਭਾਈ ਕਮੈਂਟ ਕਰ ਰਿਹਾ ਸੀ ਕਿ ਭਾਈ ਯਾਰ ਇਹ ਮੇਰੇ ਵਾਲਦ ਦੇ ਨਾਂ ਦੇ ਉੱਪਰ ਮੀਟਰ ਆ ਤੇ ਯਾਰ ਮੇਰੇ ਵਾਲਦ ਫੌਤ ਹੋਏ ਨੂੰ ਵੀ ਇੰਨੀ ਦੇਰ ਹੋ ਗਈ ਤੇ ਮੈਂ ਕੀ ਕਰਾਂ। ਮੀਟਰ ਮੇਰੇ ਵਾਲਦ ਦੇ ਨਾਂ ਤੇ ਆ, ID ਕਾਰਡ ਉਹਨਾਂ ਦਾ ਲੱਗਾ, ਨੰਬਰ ਵੀ ਕੋਈ ਹੋਰ ਲੱਗਾ, ਤੇ ਮੈਂ ਕੀ ਕਰਾਂ। ਭਾਈ ਜਾਨ ਉਹਦਾ ਸਭ ਤੋਂ ਵੱਡਾ ਹੱਲ ਇਹੀ ਆ, ਵਾਲਦ ਤੁਹਾਡੇ ਸੀਗੇ, ਕੋਈ ਟੈਨਸ਼ਨ ਨਹੀਂ, ਓਕੇ, ਉਹਨਾਂ ਦੇ ਮੀਟਰ ਨਾ ਆ, ਤੁਸੀਂ ਨੰਬਰ ਥੱਲੇ ਚੇਂਜ ਕਰਕੇ ਆਪਣੀ ਵੈਰੀਫਾਈ ਕਰੋ। ਵੈਰੀਫਾਈ ਹੋ ਗਈ ਠੀਕ ਆ, ਨਹੀਂ ਹੋਈ ਤੁਹਾਡਾ ਵੀ ਫਿਰ ਉਹੀ ਪ੍ਰੋਸੈਸ ਆ। ਜਦੋਂ ਮੀਟਰ ਰੀਡਿੰਗ ਵਾਲਾ ਆਵੇ ਉਹਨੂੰ ਤੁਸੀਂ ਕਹਿਣਾ ਭਾਈ ਜਾਨ ਸਾਡਾ ID ਕਾਰਡ ਤੇ ਸਾਡਾ ਨੰਬਰ ਅਪਡੇਟ ਕਰ ਦਿਓ ਇਸ ਮੀਟਰ ਦੇ ਉੱਤੇ, ਉਹ ਬੰਦਾ ਤੁਹਾਡਾ ਨੰਬਰ ਉਸੇ ਟਾਈਮ ਹੀ ਅਪਡੇਟ ਕਰ ਦੇਗਾ। ਅਗਰ ਉਹ ਕਹੇ ਕਿ ਭਾਈ ਮੈਂ ਨਹੀਂ ਕਰਨਾ, ਇੱਦਾਂ ਨਹੀਂ ਹੁੰਦਾ ਫਲਾਣਾ, ਤੁਸੀਂ ਦਫ਼ਤਰੇ ਜਾਓ, ਦਫ਼ਤਰ ਨਹੀਂ ਜਾਣਾ, ਉਹ ਉੱਥੇ ਹੀ ਕਰਨ ਦਾ ਪਾਬੰਦ ਆ। ਅਗਰ ਤੁਸੀਂ ਉਹਨੂੰ ਕਹੋਗੇ ਕਰੇਗਾ, ਅਗਰ ਨਾ ਕਰੇ ਤਾਂ ਤੁਸੀਂ ਉਹਦੀ ਕੰਪਲੇਨ ਲੈ ਕੇ ਉੱਥੇ ਚੱਲ ਜਾਣੀ ਹੈ, ਭਾਈ ਅਸੀਂ ਇਹਨੂੰ ਕਿਹਾ ਸੀ ਇਹਨੇ ਨਹੀਂ ਕੀਤੀ। ਲੇਕਿਨ ਮੈਨੂੰ ਉਮੀਦ ਆ ਜਿਹੜਾ ਬੰਦਾ ਰੀਡਿੰਗ ਕਰਨਾ ਹੁੰਦਾ ਨਾ ਉਹਨੇ ਸਿਰਫ ਲਿਖਣਾ ਹੀ ਹੁੰਦਾ ਆ, ਉਹਨੇ ਲਿਖਣਾ ਆ ਤੇ ਤੁਹਾਡਾ ਨੰਬਰ ਤੁਹਾਡਾ ID ਕਾਰਡ ਵਿੱਚ ਐਡ ਹੋ ਜਾਣਾ। ਠੀਕ ਆ, ਅਗਰ ਤੁਹਾਡਾ ਐਡ ਹੋ ਜਾਏ ਤੁਹਾਨੂੰ ਸਬਸਿਡੀ ਮਿਲ ਜਾਏਗੀ। ਹੁਣ ਭਾਈ ਜਾਨ ਅਗਰ ਤੁਹਾਨੂੰ ਇੰਨੀ ਮੈਂ ਮਿਹਨਤ ਕੀਤੀ ਆ, ਵਾਪਡਾ ਗਿਆ, ਸਾਰਾ ਕੁਝ ਮੈਂ ਆਪਣੇ ਵਿਊਆਂ ਵਾਸਤੇ ਵੀ ਗਿਆ, ਸਿੱਧੀ ਗੱਲ ਤੁਸੀਂ ਕਹਿਣਾ ਪਤਾ ਨਹੀਂ ਕਿੱਦਾਂ ਦੀ ਗੱਲ ਕਰਦਾ ਭਾਈ ਜਾਨ, ਅਸੀਂ ਵੀਡੀਓ ਬਣਾਉਂਦੇ ਆ, ਤੁਹਾਡੇ ਲੋਕਾਂ ਦੀ ਮੁਹੱਬਤ ਹੁੰਦੀ ਆ, ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ। ਜਿਹੜਾ ਤੁਸੀਂ ਲਾਈਕ ਕਰਦੇ ਹੋ, ਲਾਈਕ ਕਰਨਾ ਸਾਡਾ ਹੌਸਲਾ ਵੱਧਦਾ ਕਿ ਤੁਸੀਂ ਪਸੰਦ ਕਰ ਰਹੇ ਹੋ। ਸਾਡਾ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣੀ। ਅਗਰ ਤੁਹਾਡੇ ਤੱਕ ਇਨਫੋਰਮੇਸ਼ਨ ਸਹੀ ਪਹੁੰਚ ਜੇ, ਤੁਸੀਂ ਸਾਨੂੰ ਦੁਆ ਹੀ ਦਿਓਗੇ, ਹੋਰ ਤੁਸੀਂ ਕੀ ਕਰਨਾ, ਦੁਆ ਦਿਓਗੇ, ਲਾਈਕ ਕਰੋਗੇ, ਸਾਡੀ ਵੀਡੀਓ ਨੂੰ ਸਾਨੂੰ ਖੁਸ਼ੀ ਹੁੰਦੀ ਕੋਈ ਬੰਦਾ ਲਾਈਕ ਕਰਦਾ, ਕਮੈਂਟ ਕਰਦਾ, ਅਸੀਂ ਕਮੈਂਟ ਪੜ੍ਹ ਕੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਭਾਈ ਨੇ ਵੀਡੀਓ ਦੇਖੀ ਆ, ਇਹਨੂੰ ਕੋਈ ਰਿਸਪੌਂਸ ਅੱਛਾ ਆਇਆ। ਤੁਸੀਂ ਹੁਣ ਕਮੈਂਟ ਦੇ ਵਿੱਚ ਮੈਨੂੰ ਇਹ ਦੱਸਣਾ ਕਿ ਜਿਸ ਬੰਦੇ ਦੇ ਮੀਟਰ ਨਾਮ ਨਿਗਾ ਕਿਆ ਉਹਦੀ ਵੈਰੀਫਾਈ ਹੋ ਗਈ ਕਿ ਨਹੀਂ ਹੋਈ। ਅਗਰ ਉਹ ਨਾ ਹੋਵੇ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਣਾ, ਤੇ WhatsApp ਨੰਬਰ 'ਤੇ ਮੇਰੇ ਨਾਲ ਤੁਸੀਂ ਰਾਬਤਾ ਕਰ ਲੈਣਾ। ਇਹ ਮੇਰਾ WhatsApp ਨੰਬਰ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਬੋਲ ਦੇਣਾ, ਮੇਰਾ ਪਰਸਨਲ ਨੰਬਰ ਆ WhatsApp ਦਾ, ਮੈਂ ਦੱਸ ਦਿੰਦਾ। ਅਗਰ ਤੁਹਾਡਾ ਕੋਈ ਮਸਲਾ ਹੋਵੇ ਕਮੈਂਟ ਲਾਜ਼ਮੀ ਕਰਨਾ, ਕਮੈਂਟ ਕਰਨ ਤੋਂ ਬਾਅਦ ਮੇਰੇ ਨਾਲ ਤੁਸੀਂ WhatsApp 'ਤੇ ਵੀ ਰਾਬਤਾ ਕਰ ਸਕਦੇ ਹੋ। 0345 070 43 36 ਹੈ ਮੇਰਾ WhatsApp ਦਾ ਨੰਬਰ ਆ, ਇਸ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ, ਮੈਂ ਤੁਹਾਨੂੰ ਦੱਸਾਂਗਾ ਇਨਫੋਰਮੇਸ਼ਨ ਲੈ ਕੇ, ਫਿਰ ਮੈਂ ਉਹਦੇ ਰਿਲੇਟਡ ਫਿਰ ਮੈਂ ਵਾਪਡਾ ਵਾਲਿਆਂ ਕੋਲ ਪੁੱਛ ਲਾਂਗਾ ਜੋ ਅਸਲ ਸਿਚੁਏਸ਼ਨ ਹੋਏਗੀ। ਬਾਕੀ ਤੁਹਾਡੇ ਕੋਲ ਵੀ ਬੰਦੇ ਵਾਪਡਾ ਵਾਲੇ ਹੋਣੇ, ਕੋਈ ਜਾਣੂ ਵਾਕਫ ਤਲਕ ਵਾਲਾ, ਉਹਦੇ ਕੋਲ ਵੀ ਤੁਸੀਂ
ਪੁੱਛ ਸਕਦੇ ਹਾਂ। ਤੇ ਸਭ ਤੋਂ ਵੱਡਾ ਮਸਲਾ ਸੀਗਾ ਕਿ ਜਿਹੜਾ ਬੰਦਾ ਕਹਿ ਰਿਹਾ ਸੀ ਕਿ ਮੈਂ ਰੈਂਟ ਤੇ ਰਹਿਣਾ ਤੇ ਮੈਂ ਭਾਈਜਾਨ ਕਿੱਦਾਂ ਲੈ ਸਕਦਾ। ਇੱਕ ਭਾਈ ਸੀਗਾ ਜਿਹੜਾ ਕਹਿ ਰਿਹਾ ਸੀ ਕਿ ਮੇਰੇ ਵਾਲਦ ਫੌਤ ਹੋ ਗਏ ਆ, ਵਾਲਦ ਦੇ ਨਾਂ ਤੇ ਆ, ਉਹ ਭਾਈਜਾਨ ਉਹਨਾਂ ਦਾ ਵੀ ਮੈਂ ਤੁਹਾਨੂੰ ਜਵਾਬ ਦਿੱਤਾ, ਇਹਦਾ ਵੀ ਜਵਾਬ ਦਿੱਤਾ। ਹੁਣ ਜਿਹੜੀ ਮੈਂ ਅਗਲੀ ਵੀਡੀਓ ਅਪਲੋਡ ਕਰਾਂਗਾ ਨਾ, ਉਹ ਤੁਸੀਂ ਲਾਜ਼ਮੀ ਵੇਖਣੀ ਨੇ। ਜਿਹਦੇ ਆਈਡੀ ਕਾਰਡ ਤੇ 2 ਜਾਂ 3 ਮੀਟਰ ਹੈ ਨਾ, ਉਹ ਬੰਦਾ ਫਿਲਹਾਲ QR ਕੋਡ ਸਕੈਨ ਨਾ ਕਰੇ। ਮੇਰੀ ਵੀਡੀਓ ਵੇਖਣ ਤੋਂ ਬਾਅਦ ਅਗਰ ਉਹਨੂੰ ਲੱਗੇ ਕਿ ਭਾਈਜਾਨ ਭਾਈ ਨੇ ਗੱਲ ਠੀਕ ਕੀਤੀ ਆ, ਤੇ ਉਹ ਤੁਸੀਂ ਮੇਰੀ ਗੱਲ ਤੇ ਅਮਲ ਕਰ ਲੈਣਾ। ਅਗਰ ਤੁਹਾਨੂੰ ਲੱਗੇ ਨਹੀਂ, ਫਿਰ ਤੁਸੀਂ ਜਿੱਦਾਂ ਆਪਣੀ ਮਰਜ਼ੀ ਕਰਨੀ ਹੈ ਕਰ ਸਕਦੇ ਹੋ, ਤੁਸੀਂ ਆਪਣੀ ਮਰਜ਼ੀ ਦੇ ਮਾਲਕ ਆ। ਜਨਾਬ ਵੀਡੀਓ ਅਗਰ ਅੱਛੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰ ਦੇਣਾ। ਤੁਹਾਡਾ ਭਰਾ ਲਿਆਕਤ ਫਰੈਂਡ ਵਲੌਗ ਇੱਥੇ ਵੀਡੀਓ ਅਪਲੋਡ ਹੁੰਦੀ ਹੈ। ਅਗਰ ਤੁਸੀਂ ਸ਼ੇਅਰ ਕਰੋਗੇ ਆਪਣੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ, ਅਗਰ ਵੀਡੀਓ ਕਿਸੇ ਵਾਸਤੇ ਅਗਰ ਫਾਇਦਾ ਦਿੰਦੀ ਆ, ਉਹਨੂੰ ਸ਼ੇਅਰ ਕਰੋ। ਅਗਰ ਉਹਨੂੰ ਫਾਇਦਾ ਮਿਲਦਾ ਤੇ ਭਾਈਜਾਨ ਹੋਰ ਕੁਛ ਨਹੀਂ, ਸਾਨੂੰ ਦੁਆ ਦੇਣਗੇ, ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਕਿਸੇ ਯਾਰ ਦੋਸਤ ਭੈਣ ਭਰਾ ਦਾ ਭਲਾ ਵੀ ਹੋ ਜਾਏਗਾ, ਸਬਸਿਡੀ ਵੀ ਮਿਲਦੀ ਰਹੇਗੀ, ਤੇ ਅੱਲਾਹ ਖੈਰ ਕਰੇ ਸਾਨੂੰ ਵੀ ਫਾਇਦਾ ਮਿਲਦਾ ਰਹੇਗਾ। ਮਿਲਦੇ ਤੁਹਾਨੂੰ ਅਸੀਂ ਆਪਣੀ ਅਗਲੀ ਵੀਡੀਓ 'ਚ। ਲਵ ਯੂ ਹੋ ਗਿਆ।